ਹੈਲੋ ਸਟੂਡੈਂਟਸ, ਅੱਜ ਅਸੀਂ ਨਵੇਂ ਟੌਪਿਕ ਬਾਰੇ ਪੜ੍ਹਨ ਜਾ ਰਹੇ ਹਾਂ। ਸੋ ਆਪਾਂ ਸਟਾਰਟ ਕਰਦੇ ਹਾਂ ਸਟ੍ਰੇਨ એનર્ਜੀ ਤੋਂ। ਠੀਕ ਹੈ ਜੀ। ਵਾਟ ਇਜ਼ ਸਟ੍ਰੇਨ એનર્ਜੀ ਔਰ ਰੈਜ਼ੀਲੀਅੰਸ। ਸੋ ਇਹਨੂੰ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਇੱਕ ਰਬੜ ਬੈਂਡ ਆ, ਠੀਕ ਆ। ਰਬੜ ਬੈਂਡ ਨੂੰ ਆਪਾਂ ਉਹਨੂੰ ਸਟਰੈਚ ਕਰਦੇ ਹਾਂ, ਖਿੱਚਦੇ ਹਾਂ। ਆਪਾਂ ਐਕਸਟਰਨਲ ਫੋਰਸ ਲਗਾਉਂਦੇ ਹਾਂ ਤਾਂ ਉਹਨੂੰ ਖਿੱਚਦੇ ਹਾਂ। ਜਦੋਂ ਆਪਾਂ ਉਹ ਐਕਸਟਰਨਲ ਫੋਰਸ ਨੂੰ ਰਿਮੂਵ ਕਰਦੇ ਹਾਂ, ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਜਾਂਦਾ ਆ। ਠੀਕ ਆ। ਹੁਣ ਇਹ ਤਾਂ ਸਾਨੂੰ ਪਤਾ ਆ। ਹੁਣ ਉਹ ਓਰੀਜਨਲ ਪੋਜੀਸ਼ਨ 'ਤੇ ਵਾਪਸ ਕਿਉਂ ਆਉਂਦਾ ਆ? ਇਹ ਮੰਨਿਆ ਜਾਂਦਾ ਕਿ ਜਿੰਨੀ ਆਪਾਂ ਉਹਦੇ ਉੱਪਰ ਵਰਕ ਡਨ ਕੀਤਾ ਆ, ਜਿੰਨਾ ਆਪਾਂ ਉਹਨੂੰ ਸਟਰੈਚ ਕੀਤਾ ਹੈ, ਜਿੰਨਾ ਉਹਦੇ ਉੱਪਰ ਆਪਾਂ ਵਰਕ ਡਨ ਕੀਤਾ ਆ, ਉਹ ਜਿਹੜਾ ਵਰਕ ਡਨ ਆ ਉਹ ਇਨ ਦਾ ਫੋਰਮ ਆਫ ਐਨਰਜੀ ਉਹਦੇ ਵਿੱਚ ਸਟੋਰ ਹੋ ਗਿਆ। ਠੀਕ ਆ ਜੀ। ਉਹ ਇਨ ਦਾ ਫੋਰਮ ਆਫ ਐਨਰਜੀ ਉਹਦੇ ਵਿੱਚ ਸਟੋਰ ਹੋ ਗਿਆ ਆ। ਠੀਕ ਆ। ਜਦੋਂ ਆਪਾਂ ਐਕਸਟਰਨਲ ਫੋਰਸ ਰਿਮੂਵ ਕਰਦੇ ਹਾਂ, ਉਹ ਜਿਹੜੀ ਐਨਰਜੀ ਆ, ਜਿਹੜੀ ਇੰਟਰਨਲ ਐਨਰਜੀ ਆ ਉਹ ਬੈਂਡ ਦੇ ਅੰਦਰ, ਉਹੀ ਉਹਨੂੰ ਓਰੀਜਨਲ ਪੋਜੀਸ਼ਨ 'ਤੇ ਵਾਪਸ ਲੈ ਕੇ ਆਉਂਦੀ ਆ। ਠੀਕ ਆ ਜੀ। ਉਹ ਜਿਹੜੀ ਇੰਟਰਨਲ ਐਨਰਜੀ ਆ, ਜਦੋਂ ਆਪਾਂ ਕਿਸੇ ਚੀਜ਼ 'ਤੇ ਵਰਕ ਡਨ ਕਰਦੇ ਹਾਂ ਤਾਂ ਉਹਦੇ ਅੰਦਰ ਇੱਕ ਐਨਰਜੀ ਸਟੋਰ ਹੋ ਜਾਂਦੀ ਆ। ਠੀਕ ਆ ਜੀ। ਉਹ ਜਿਹੜੀ ਐਨਰਜੀ ਸਟੋਰ ਹੋਈ ਆ ਉਸ ਬੈਂਡ ਦੇ ਵਿੱਚ, ਉਹਨੂੰ ਇੰਟਰਨਲ ਐਨਰਜੀ ਨੂੰ ਉਹਨੂੰ ਕਹਿੰਦੇ ਪਏ ਆਪਾਂ ਇੱਥੇ ਰੈਜ਼ੀਲੀਅੰਸ। ਠੀਕ ਆ। ਜਾਂ ਉਹਨੂੰ ਆਪਾਂ ਕਹਿੰਦੇ ਸਟ੍ਰੇਨ ਐਨਰਜੀ। ਠੀਕ ਆ। ਰੈਜ਼ੀਲੀਅੰਸ ਕਹਿੰਦੇ ਪਏ ਆ ਉਸ ਐਨਰਜੀ ਨੂੰ, ਦੇ ਸਟ੍ਰੇਨ ਐਨਰਜੀ ਕਹਿੰਦੇ ਪਏ ਆ। ਠੀਕ ਆ ਜੀ। ਉਹ ਕਿਹਦੇ ਬਰਾਬਰ ਆ? ਜਿੰਨਾ ਅਸੀਂ ਉਹਦੇ ਉੱਪਰ ਵਰਕ ਡਨ ਕੀਤਾ ਆ। ਠੀਕ ਆ। ਉਹ ਕਿਹਦੇ ਇਕੁਅਲ ਆ? ਜਿੰਨਾ ਆਪਾਂ ਉਹਦੇ ਉੱਪਰ ਵਰਕ ਡਨ ਕੀਤਾ ਆ, ਉਹ ਉਹਦੇ ਇਕੁਅਲ ਆਊਗਾ। ਠੀਕ ਆ। ਜੋ ਉਹਦੀ ਇੰਟਰਨਲ ਐਨਰਜੀ ਆ। ਠੀਕ ਆ। ਸੋ ਇਸ ਚੈਪਟਰ ਦੇ ਵਿੱਚ ਆਪਾਂ ਕੋਈ ਵੀ, ਜੇ ਸਾਡੇ ਕੋਲ ਬੋਡੀ ਹੈਗੀ ਆ, ਉਹਦੇ ਵਿੱਚ ਕਿੰਨੀ ਸਟ੍ਰੇਨ ਐਨਰਜੀ ਹੈਗੀ ਆ, ਕਿੰਨਾ ਆਪਾਂ ਉਹਦੇ ਉੱਪਰ ਲੋਡ ਅਪਲਾਈ ਕੀਤਾ, ਕਿੰਨੀ ਉਹਦੇ ਅੰਦਰ ਐਨਰਜੀ ਸਟੋਰ ਹੋਈ ਆ। ਠੀਕ ਆ। ਉਹਦੇ ਬਾਰੇ ਆਪਾਂ ਪੜ੍ਹਾਂਗੇ। ਠੀਕ ਆ। ਉਹਦੇ ਵਿੱਚ ਉਹਨੂੰ ਕੈਲਕੂਲੇਟ ਕਰਨ ਦੇ ਲਈ ਕਿਹੜਾ ਫਾਰਮੂਲੇ ਦਾ ਇਸਤੇਮਾਲ ਹੋ ਰਿਹਾ ਆ, ਉਹਦੀ ਥੋੜ੍ਹੀ ਬਹੁਤ ਛੋਟੀ ਡੈਰੀਵੇਸ਼ਨ ਵੀ ਹੈਗੀ ਆ, ਉਹ ਵੀ ਉਸ ਦੇ ਬਾਰੇ ਵੀ ਪੜ੍ਹਾਂਗੇ। ਠੀਕ ਆ। ਸੋ ਅਪਕਮਿੰਗ ਸਲਾਈਡਸ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਬਾਰੇ ਹੀ ਪੜ੍ਹਾਂਗੇ। ਸੋ ਨੈਕਸਟ ਦੇਖਦੇ ਹਾਂ। ਨੈਕਸਟ ਇਜ਼ ਪ੍ਰੂਫ ਰੈਜ਼ੀਲੀਅੰਸ ਐਂਡ ਮੋਡੂਲਸ ਆਫ ਰੈਜ਼ੀਲੀਅੰਸ। ਪ੍ਰੂਫ ਰੈਜ਼ੀਲੀਅੰਸ ਕੀ ਹੈਗੀ ਆ? ਹੁਣ ਆਪਾਂ ਗੱਲ ਕੀਤੀ ਆ ਪਿੱਛੇ ਕਿ ਇੰਟਰਨਲ ਐਨਰਜੀ ਆ। ਠੀਕ ਆ ਜੀ। ਇੰਟਰਨਲ ਐਨਰਜੀ ਸਟੋਰ ਹੋਈ ਆ। ਠੀਕ ਆ। ਡਿਊ ਟੂ ਐਕਸਟਰਨਲ ਵਰਕ ਡਨ ਕਰਕੇ। ਠੀਕ ਆ। ਹੁਣ ਕਿੰਨੀ ਕੋਈ ਬੋਡੀ ਆ, ਉਹ ਕਿੰਨੀ, ਕੋਈ ਨਾ ਕੋਈ ਤਾਂ ਲਿਮਿਟ ਹੋਊਗੀ ਨਾ, ਕਿ ਕਿੰਨਾ ਆਪਾਂ ਉਹਨੂੰ ਸਟਰੈਚ ਕਰ ਸਕਦੇ ਹਾਂ। ਠੀਕ ਆ। ਕਿੰਨੀ ਮੈਕਸਿਮਮ ਉਹਦੇ ਵਿੱਚ ਇੰਟਰਨਲ ਐਨਰਜੀ ਸਟੋਰ ਹੋ ਸਕਦੀ ਆ। ਠੀਕ ਆ। ਅਤੇ ਕਿੰਨੀ ਮੈਕਸਿਮਮ ਐਨਰਜੀ ਸਟੋਰ ਕਰ ਸਕਦਾ ਆ, ਉਹਨੂੰ ਆਪਾਂ ਕੀ ਕਹਿੰਦੇ ਪਏ ਇੱਥੇ? ਪ੍ਰੂਫ ਰੈਜ਼ੀਲੀਅੰਸ। ਜੇ ਇਕੱਲੀ ਇੰਟਰਨਲ ਐਨਰਜੀ ਦੀ ਗੱਲ ਕਰੀਏ ਤਾਂ ਰੈਜ਼ੀਲੀਅੰਸ ਆ। ਅਤੇ ਮੈਕਸਿਮਮ ਕਿੰਨੀ ਇੰਟਰਨਲ ਐਨਰਜੀ ਸਟੋਰ ਕਰ ਸਕਦਾ ਬੋਡੀ, ਉਹ ਕੀ ਆ? ਪ੍ਰੂਫ ਰੈਜ਼ੀਲੀਅੰਸ। ਠੀਕ ਆ ਜੀ। ਉਹਨੂੰ ਕੀ ਕਹਾਂਗੇ ਆਪਾਂ? ਪ੍ਰੂਫ ਰੈਜ਼ੀਲੀਅੰਸ। ਨੈਕਸਟ ਇਜ਼ ਮੋਡੂਲਸ ਆਫ ਰੈਜ਼ੀਲੀਅੰਸ। ਹੁਣ ਮੋਡੂਲ ਆਫ ਰੈਜ਼ੀਲੀਅੰਸ ਕੀ ਹੈਗੀ ਆ? ਕਿ ਇਹਨੂੰ ਆਪਾਂ ਯੂਜ਼ ਕਰਦੇ ਹਾਂ, ਜਿਹੜਾ ਮੋਡੂਲਸ ਆਫ ਰੈਜ਼ੀਲੀਅੰਸ ਆ, ਇਹਨੂੰ ਜਸਟ ਆਪਾਂ ਨੂਮੈਰੀਕਲਸ ਲਈ ਆਪਾਂ ਇਸਤੇਮਾਲ ਕਰਨਾ ਹੈ। ਕੀ ਆ? ਦਾ ਪ੍ਰੂਫ ਰੈਜ਼ੀਲੀਅੰਸ ਪਰ ਯੂਨਿਟ ਵੋਲੀਅਮ ਆਫ ਅ ਮਟੀਰੀਅਲ ਇਜ਼ ਨੋਨ ਐਜ਼ ਮੋਡੂਲਸ ਆਫ ਰੈਜ਼ੀਲੀਅੰਸ। ਜੋ ਪ੍ਰੂਫ ਰੈਜ਼ੀਲੀਅੰਸ ਹੈਗਾ, ਜਿੰਨਾ ਜੋ ਵੀ ਆਇਆ, ਉਹਨੂੰ ਡਿਵਾਈਡ ਕਰ ਦਿੱਤਾ ਗਿਆ ਕਿਹਦੇ ਨਾਲ? ਵੋਲੀਅਮ ਆਫ ਰੈਜ਼ੀਲੀਅੰਸ, ਵੋਲੀਅਮ ਆਫ ਦਾ ਬੋਡੀ। ਠੀਕ ਆ ਜੀ। ਜੋ ਵੋਲੀਅਮ ਆਫ ਦਾ ਬੋਡੀ ਆਪਾਂ ਉਹਨੂੰ ਡਿਵਾਈਡ ਕਰੂੰਗਾ ਤਾਂ ਜੋ ਸਾਡੇ ਕੋਲ ਵੈਲਿਊ ਆਊਗੀ, ਉਹ ਸਾਨੂੰ ਮੋਡੂਲਸ ਆਫ ਰੈਜ਼ੀਲੀਅੰਸ ਦਊਗੀ। ਠੀਕ ਆ। ਇਹ ਬੇਸਿਕਲੀ ਹੈਗੀ ਹੈ, ਜਿੱਦਾਂ ਮੈਂ ਆਪਾਂ ਗੱਲ ਕੀਤੀ ਸੀ ਪਿੱਛੇ, ਜਿੰਨੇ ਵੀ ਆਪਾਂ ਮੋਡੂਲਸ ਪੜ੍ਹੇ ਆ, ਮੋਡੂਲਸ ਆਫ ਇਲਾਸਟੀਸਿਟੀ, ਮੋਡੂਲਸ ਇਲਾਸਟੀਸਿਟੀ ਦੇ ਵਿੱਚ ਅੱਗੇ ਵੀ ਆਪਾਂ ਮੋਡੂਲਸ ਪੜ੍ਹੇ ਸੀਗੇ, ਅਤੇ ਮੋਡੂਲਸ ਆਫ ਰਿਜਿਡਿਟੀ ਪੜ੍ਹਿਆ ਆ। ਸੋ ਇਹ ਸਾਰੇ ਜਿਹੜੇ ਮੋਡੂਲਸ ਸੀਗੇ ਕਿਸ ਚੀਜ਼ ਨੂੰ ਡਿਫਾਈਨ ਕਰਦੇ ਸੀ? ਉਹਦੀ ਨੇਚਰ ਨੂੰ, ਮਟੀਰੀਅਲ ਦੀ ਨੇਚਰ ਨੂੰ। ਠੀਕ ਆ ਜੀ। ਕਿੱਦਾਂ ਦਾ ਉਹਦਾ ਮਟੀਰੀਅਲ ਹੈਗਾ ਆ, ਉਹ ਕੀ ਉਹਦਾ ਨੇਚਰ ਹੈਗਾ ਆ। ਸੋ ਇਹਦੇ ਵਿੱਚ ਵੀ ਨੇਚਰ ਆਫ ਮਟੀਰੀਅਲ ਹੀ ਪਤਾ ਲੱਗਦਾ ਆ ਮੋਡੂਲਸ ਆਫ ਰੈਜ਼ੀਲੀਅੰਸ ਦੀ ਵੈਲਿਊ ਦੇ ਨਾਲ। ਠੀਕ ਆ। ਅਤੇ ਸਾਨੂੰ ਉਹ ਪਤਾ ਲੱਗਦਾ ਹੈ ਕਿ ਕਿੰਨਾ ਉਹ ਬੋਡੀ, ਕਿੰਨੀ ਐਨਰਜੀ ਉਹ ਸਟੋਰ ਕਰ ਸਕਦੀ ਆ। ਠੀਕ ਆ। ਉਸ ਡਿਪੈਂਡ ਕਰਦਾ ਹੈ ਕਿ ਉਹ ਨੇਚਰ ਆਫ ਮਟੀਰੀਅਲ ਕਿੱਦਾਂ। ਜੇ ਰਬੜ ਦੀ ਗੱਲ ਕਰੀਏ, ਰਬੜ ਕੀ ਆ? ਰਬੜ ਜ਼ਿਆਦਾ ਸਟਰੈਚੇਬਲ ਆ ਪਾਰਟ। ਜੇ ਆਪਾਂ ਗਲਾਸ ਦੀ ਗੱਲ ਕਰੀਏ, ਗਲਾਸ ਬਹੁਤ ਹੀ ਘੱਟ ਡਿਫੋਰਮ ਹੁੰਦਾ ਆ, ਸਟਰੈਚ ਨਹੀਂ ਕਰਦਾ, ਉਹਦੇ ਵਿੱਚ ਐਨਰਜੀ ਸਟੋਰ ਬਹੁਤ ਹੀ ਨੈਗਲੀਜੀਬਲ ਹੋਊਗੀ। ਠੀਕ ਹੈ। ਸੋ ਇਹ ਡਿਪੈਂਡ ਕਰਦਾ ਕਿੱਦਾਂ ਦਾ ਮਟੀਰੀਅਲ ਆ। ਸੋ ਉਹਦੇ ਲਈ ਆਪਾਂ ਇਸਤੇਮਾਲ ਕਰਦੇ ਮੋਡੂਲਸ ਆਫ ਰੈਜ਼ੀਲੀਅੰਸ। ਉਹ ਸਾਨੂੰ ਵੈਲਿਊ ਦੱਸਦੀ ਆ ਕਿ ਕੀ ਇਹਦਾ ਮਟੀਰੀਅਲ ਦੇ ਉੱਤੇ ਹੀ, ਮਟੀਰੀਅਲ ਨਾਲ ਕੀ ਇਫੈਕਟ ਪੈਂਦਾ ਆ। ਠੀਕ ਆ ਜੀ। ਮਟੀਰੀਅਲ ਕਿਸ ਤਰ੍ਹਾਂ ਦਾ ਮਟੀਰੀਅਲ ਆ, ਕਿਸ ਤਰ੍ਹਾਂ ਦੀ ਉਹਦੇ ਵਿੱਚ ਕਿੰਨੀ ਸਟੇਨ ਐਨਰਜੀ ਉਸ 'ਚ ਸਟੋਰ ਹੋਊਗੀ, ਜ਼ਿਆਦਾ ਹੋਊਗੀ, ਘੱਟ ਹੋਊਗੀ, ਉਹਦੇ ਬਾਰੇ ਸਾਨੂੰ ਸਭ ਕੁਝ ਪਤਾ ਲੱਗੇਗਾ ਇਹ ਥਰੂ ਮੋਡੂਲਸ ਆਫ ਰੈਜ਼ੀਲੀਅੰਸ ਦੇ ਥਰੂ। ਠੀਕ ਹੈ ਜੀ। ਸੋ ਨੈਕਸਟ ਇਜ਼
ਹੁਣ ਆਪਾਂ ਗੱਲ ਕੀਤੀ ਹੈ ਕਿ ਸਟ੍ਰੇਨ એનર્ਜੀ ਸਟੋਰ ਹੁੰਦੀ ਆ, ਕਿੰਨੀ ਸਟ੍ਰੇਨ એનર્ਜੀ ਸਟੋਰ ਹੁੰਦੀ ਆ, ਉਹਦੇ ਲਈ ਫਿਰ ਸਾਨੂੰ ਕੀ ਕੈਲਕੂਲੇਸ਼ਨ ਕਰਨੀਆਂ ਪੈਣੀਆਂ। ਉਹ ਕੈਲਕੂਲੇਸ਼ਨ ਆਪਾਂ ਕਿਸ ਤਰ੍ਹਾਂ ਕਰਾਂਗੇ, ਉਹਦੇ ਲਈ ਆਪਾਂ ਸਾਨੂੰ ਇੱਕ ਥੋੜ੍ਹੀ ਜਿਹੀ ਪੇਪਰ ਦੇ ਵਿੱਚ ਵੀ ਆਉਂਦੀ ਹੈ, ਡੈਰੀਵੇਸ਼ਨ ਕਰਨੀ ਪੈਣੀ ਹੈ ਸੋਲਵ, ਠੀਕ ਆ ਜੀ। ਅਤੇ ਉਹਦੇ ਬੇਸ ਦੇ ਉੱਤੇ ਸਾਨੂੰ ਇੱਕ ਫਾਰਮੂਲਾ ਮਿਲੂਗਾ ਜਿਹਨੂੰ ਆਪਾਂ ਇਸਤੇਮਾਲ ਕਰਾਂਗੇ ਨਿਊਮੈਰੀਕਲਸ ਦੇ ਵਿੱਚ, ਠੀਕ ਆ। ਸੋ ਸਟਾਰਟ ਕਰਦੇ ਹਾਂ ਸਟ੍ਰੇਨ એનર્ਜੀ ਡੈਰੀਵੇਸ਼ਨ, ਇਹਦੀ ਸਟਾਰਟ ਕਰਦੇ ਹਾਂ ਸਟ੍ਰੇਨ એનર્ਜੀ ਦੀ। ਇਹਦੇ ਵਿੱਚ ਹੈ ਕੀ ਆ ਪਹਿਲਾਂ ਦੇਖੀਏ। ਹੁਣ ਆਪਾਂ ਗੱਲ ਕੀਤੀ ਆ ਪਿੱਛੇ ਕਿ ਸਟ੍ਰੇਨ એનર્ਜੀ ਕਿਹਦੇ ਬਰਾਬਰ ਆ, ਜਿੰਨਾ ਆਪਾਂ ਐਕਸਟਰਨਲ ਵਰਕ ਡਨ ਕੀਤਾ ਹੈ ਕਿਸੇ ਬੋਡੀ ਦੇ ਉੱਤੇ, ਉਹ ਉਹਦੇ ਬਰਾਬਰ ਹੋਊਗਾ, ਉਹਦੇ ਇਕੁਅਲ ਹੋਊਗਾ, ਠੀਕ ਆ ਜੀ। ਹੁਣ ਇੱਥੇ ਤੁਹਾਨੂੰ ਇੱਕ ਗ੍ਰਾਫ ਸ਼ੋਅ ਕਰ ਰਿਹਾ ਆ, ਗ੍ਰਾਫ ਦੇ ਵਿੱਚ ਕੀ ਸ਼ੋਅ ਕਰ ਰਿਹਾ, ਇੱਕ ਪਾਸੇ ਲੋਡ ਸ਼ੋਅ ਕਰ ਰਿਹਾ ਹੈ, ਇੱਕ ਪਾਸੇ ਐਕਸਟੈਂਸ਼ਨ ਸ਼ੋਅ ਕਰ ਰਿਹਾ ਹੈ। ਲੋਡ ਅਤੇ ਐਕਸਟੈਂਸ਼ਨ ਦੇ ਵਿੱਚ ਇੱਕ ਲੀਨੀਅਰ ਗ੍ਰਾਫ ਸ਼ੋਅ ਕਰ ਰਿਹਾ ਆ, ਠੀਕ ਆ ਜੀ, ਲੀਨੀਅਰ ਗ੍ਰਾਫ, ਠੀਕ ਆ। ਅਤੇ ਇਹਨੂੰ ਉਹਦੇ ਵਿੱਚ ਆਪਾਂ ਕੁਛ ਏਰੀਆ ਲਿਆਇਆ, ਉਹ ਲਿਆਇਆ OAB, ਉਹਦੇ ਵਿੱਚ ਆਪਾਂ ਏਰੀਆ ਡਿਫਾਈਨ ਕਰ ਰਹੇ ਹਾਂ ਕੀ ਆ OAB, ਇਹ ਏਰੀਆ ਅੰਡਰ ਦਾ ਕਰਵ ਆਪਾਂ ਇਹ ਡਿਫਾਈਨ ਕਰਦੇ ਪਏ ਹਾਂ, ਠੀਕ ਆ। ਅਤੇ ਤੁਹਾਨੂੰ ਮੈਂ ਜਦੋਂ ਆਪਾਂ ਯਾਦ ਹੋਣਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਲੋਡ ਅਤੇ ਐਕਸਟੈਂਸ਼ਨ ਮਤਲਬ ਇਹਦੇ ਵਿੱਚ ਲੀਨੀਅਰ ਗ੍ਰਾਫ ਸਾਨੂੰ ਮਿਲਿਆ ਆ। ਲੀਨੀਅਰ ਗ੍ਰਾਫ ਵਿੱਚ ਕੀ ਹੁੰਦਾ ਹੈ ਕਿ ਜਿੰਨਾ ਲੋਡ ਆਪਾਂ ਇਨਕਰੀਜ਼ ਕਰਦੇ ਜਾ ਰਹੇ ਹਾਂ, ਠੀਕ ਆ ਜੀ, ਉਨਾ ਹੀ ਇਕੁਅਲ ਅਮਾਊਂਟ ਦੇ ਵਿੱਚ ਸਾਡਾ ਕੀ ਆ ਜੋ ਐਕਸਟੈਂਸ਼ਨ ਆ, ਜੋ ਉਹਦੀ ਐਕਸਟੈਂਡ ਹੋ ਰਿਹਾ ਮਟੀਰੀਅਲ, ਉਹ ਕੀ ਇਕੁਅਲ ਅਮਾਊਂਟ ਦੇ ਵਿੱਚ ਐਕਸਟੈਂਡ ਕਰ ਰਿਹਾ ਆ। ਮਤਲਬ ਐਕਸਟੈਂਡ ਦਾ ਮਤਲਬ ਕੀ ਆ, ਉਹ ਡਿਫੋਰਮ ਹੋ ਰਿਹਾ ਆ, ਠੀਕ ਆ ਜੀ। ਸੋ ਉਹ ਦੱਸਦੇ ਆ ਚੇਂਜ ਇਨ ਲੈਂਥ ਵਿਦ ਰਿਸਪੈਕਟ ਟੂ ਲੋਡ, ਠੀਕ ਆ ਜੀ, ਇਸ ਬਾਰੇ ਦੱਸ ਰਿਹਾ ਆ। ਸੋ ਇੱਕ ਬੋਡੀ ਲਈ ਆ, ਬੋਡੀ ਦੇ ਉੱਪਰ ਮੈਂ ਫੋਰਸ ਲਗਾਈ ਆ, ਠੀਕ ਆ ਜੀ। ਫੋਰਸ ਕੀ ਆ, ਸਾਡੀ ਲੋਡ ਆ, ਉਹਦੇ ਵਿੱਚ ਡਿਫੋਰਮੇਸ਼ਨ ਹੋ ਰਹੀ ਆ, ਉਹਦੇ ਵਿੱਚ ਜਿਹੜਾ ਸਾਨੂੰ ਏਰੀਆ ਮਿਲ ਰਿਹਾ ਆ ਉਹ ਇੱਕ ਲੀਨੀਅਰ ਗ੍ਰਾਫ ਮਿਲਿਆ, ਅਤੇ ਏਰੀਆ ਅੰਡਰ ਦਾ ਕਰਵ ਆਪਾਂ ਲੈਣਾ ਆ ਇਹਨੂੰ ਸੋਲਵ ਕਰਨ ਦੇ ਲਈ OAB, ਠੀਕ ਆ ਜੀ। ਕਿਹੜਾ ਏਰੀਆ ਲੈਣਾ, OAB, ਠੀਕ ਆ ਜੀ। ਹੁਣ ਆਪਾਂ ਇਹਨੂੰ ਸੋਲਵ ਕਰਦੇ ਹਾਂ। ਕੀ ਹੈਗਾ ਆ, ਸਟ੍ਰੇਨ એનર્ਜੀ ਸਟੋਰਡ ਇਨ ਦ ਬਾਰ, ਕਿੰਨੀ ਸਟ੍ਰੇਨ એનર્ਜੀ ਸਟੋਰ ਹੋਈ ਆ, ਉਹਨੂੰ ਆਪਾਂ ਡਿਨੋਟ ਕਿੰਨਾ ਕਰਦੇ ਪਏ, ਕੈਪੀਟਲ U। ਸਟ੍ਰੇਨ એનર્ਜੀ ਨੂੰ ਡਿਨੋਟ ਕਿੰਨਾ ਕਰਦੇ ਪਏ, ਕੈਪੀਟਲ U ਦੇ ਨਾਲ, ਵਿਚ ਇਜ਼ ਇਕੁਅਲਸ ਟੂ ਵਰਕ ਡਨ ਬਾਏ ਦਾ ਲੋਡ, ਠੀਕ ਆ ਜੀ। ਕਿੰਨਾ ਵਰਕ ਡਨ ਹੋਇਆ ਆ, ਠੀਕ ਆ, ਉਹ ਤਾਂ ਹੁਣੇ ਆਪਾਂ ਗੱਲ ਕੀਤੀ ਆ, ਠੀਕ ਆ ਜੀ। ਜਿੰਨਾ ਆਪਾਂ ਵਰਕ ਡਨ ਕੀਤਾ ਉਹ ਕਿਹਦੇ ਬਰਾਬਰ ਹੋਊਗਾ, ਸਟ੍ਰੇਨ એનર્ਜੀ ਜਿਹੜੀ ਉਹ ਸਟੋਰ ਹੋਊਗੀ ਉਸ ਮਟੀਰੀਅਲ ਦੇ ਅੰਦਰ, ਉਸ ਬੋਡੀ ਦੇ ਅੰਦਰ, ਠੀਕ ਆ ਜੀ। ਹੁਣ ਵਰਕ ਡਨ ਕੀ ਹੁੰਦਾ ਆ, ਤੁਹਾਨੂੰ ਪਤਾ ਹੀ ਆ, ਫੋਰਸ ਇੰਟੂ ਹਾਫ ਇੰਟੂ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ, ਇਹੀ ਹੁੰਦਾ ਨਾ, ਹਾਫ ਇੰਟੂ ਫੋਰਸ ਇੰਟੂ ਪਰਪੈਂਡੀਕੂਲਰ ਡਿਸਟੈਂਸ, ਠੀਕ ਆ। ਏਰੀਆ ਅੰਡਰ ਦਾ ਕਰਵ, ਹੁਣ ਇਹ ਆਪਾਂ ਕਿਉਂ ਲਿਆ ਆ, ਆਪਾਂ ਏਰੀਆ ਅੰਡਰ ਦਾ ਕਰਵ ਕੀ ਲੈਂਦੇ ਪਏ, OAB ਕੀ ਆ, ਇੱਕ ਟ੍ਰਾਇੰਗਲ ਆ, ਠੀਕ ਆ ਜੀ। ਸੋ ਇਹਦੇ ਵਿੱਚ ਕੀ ਲੈਂਦੇ, ਹਾਫ ਇੰਟੂ ਬੇਸ ਇੰਟੂ ਹਾਈਟ ਲੈਂਦੇ ਆ ਰਹੇ ਆ ਨਾ ਆਪਾਂ। OAB ਕੀ ਹੈ, ਇੱਕ ਟ੍ਰਾਇੰਗਲ ਆ। ਟ੍ਰਾਇੰਗਲ ਕੀ ਹੁੰਦਾ ਹੈ, ਹਾਫ ਇੰਟੂ ਬੇਸ ਇੰਟੂ ਹਾਈਟ, ਠੀਕ ਆ। ਸੋ ਮੈਂ ਇਹਦੇ ਵਿੱਚ ਇਹੀ ਕੀਤਾ ਆ, ਹਾਫ ਇੰਟੂ ਵਰਕ ਡਨ ਕਰਦਾ ਪਿਆ ਨਾ ਮੈਂ। ਉਹ ਵਰਕ ਡਨ ਜਿਹੜਾ ਆ ਉਹ ਮੈਂ ਕਿਹਦੇ ਬਰਾਬਰ ਲਿਖ ਕੇ ਰੱਖਿਆ, ਏਰੀਆ ਆਫ ਟ੍ਰਾਇੰਗਲ ਕੀ ਆ, OABO, ਮਤਲਬ OAB ਏਰੀਆ ਆਫ ਟ੍ਰਾਇੰਗਲ। ਹੁਣ ਏਰੀਆ ਆਫ ਟ੍ਰਾਇੰਗਲ ਕੀ ਹੁੰਦਾ ਆ, ਉਹ ਹੈਗਾ ਹਾਫ ਇੰਟੂ ਬੇਸ ਇੰਟੂ ਹਾਈਟ। ਹਾਫ ਬੇਸ ਕੀ ਆ, OB ਆ, ਦੇਖੋ OB ਕੀ ਆ, ਬੇਸ ਆ, ਹਾਈਟ ਕੀ ਆ, AB ਆ, ਹਾਈਟ ਕੀ ਆ, AB ਆ, ਹਾਫ ਇੰਟੂ ਡੈਲਟਾ L ਕੀ ਆ, ਬੇਸ ਆ, W ਕੀ ਆ, ਦੇਖੋ ਇੱਥੇ W ਲਿਖਿਆ ਹੈ, W ਇੱਥੇ ਆ ਜਾਣਾ, ਬਰਾਬਰ ਆ ਨਾ ਦੋਨੋਂ। W ਕੀ ਆ, ਹਾਈਟ ਆ, ਸੋ ਕਿੰਨਾ ਹੈਗਾ, ਹਾਫ ਇੰਟੂ ਬੇਸ ਇੰਟੂ ਹਾਈਟ, ਠੀਕ ਹੈ। U ਕਿਹਦੇ ਬਰਾਬਰ ਆ ਗਏ, ਏਰੀਆ ਆਫ ਟ੍ਰਾਇੰਗਲ ਵਿਚ ਇਜ਼ OAB ਦੇ ਵਿੱਚ ਕੀ ਆ, ਹਾਫ ਇੰਟੂ OB ਬੇਸ, BA ਹਾਈਟ, ਦੋਨਾਂ ਦੀ ਵੈਲਿਊ ਪੁੱਟ ਕਰਤੀ, ਇੱਥੇ ਆਪਾਂ ਮੈਂਸ਼ਨ ਕਰ ਦਿੱਤਾ, ਠੀਕ ਹੈ ਜੀ। ਨੈਕਸਟ ਦੇਖਦੇ ਹਾਂ। ਹੁਣ ਆਪਾਂ ਪਿੱਛੇ ਪੜ੍ਹਿਆ ਸੀਗਾ ਸਟ੍ਰੈਸ ਸਟ੍ਰੇਨ ਦੇ ਵਿੱਚ ਚੇਂਜ ਇਨ ਲੈਂਥ ਦਾ ਕੀ ਫਾਰਮੂਲਾ ਹੁੰਦਾ, ਉਹ ਕਿਹਦੇ ਬਰਾਬਰ ਹੁੰਦਾ ਆ, ਸਿਗਮਾ L/E, ਕਿਹਦੇ ਬਰਾਬਰ ਹੁੰਦਾ ਹੈ, ਸਿਗਮਾ L/E, ਠੀਕ ਆ। ਸੋ ਸਿਗਮਾ L/E ਮਤਲਬ ਕੀ ਸੀਗਾ ਸਾਡਾ, ਤੁਹਾਨੂੰ ਪਤਾ ਆ, ਕੈਪੀਟਲ E ਕਿਹਦੇ ਬਰਾਬਰ ਸੀਗਾ, ਸਟ੍ਰੈਸ ਅਪੋਨ ਸਟ੍ਰੇਨ, ਠੀਕ ਹੈ ਜੀ, ਸਟ੍ਰੈਸ ਅਪੋਨ ਸਟ੍ਰੇਨ। ਸੋ ਉੱਥੋਂ ਇਹ ਫਾਰਮੂਲਾ ਜਨਰੇਟ ਹੋਇਆ ਆ ਤੁਹਾਡਾ ਆਹ ਵਾਲਾ, ਸਟ੍ਰੈਸ ਅਪੋਨ ਸਟ੍ਰੇਨ ਤੋਂ, ਠੀਕ ਹੈ ਜੀ। ਸਟ੍ਰੇਨ ਕੀ ਹੁੰਦੀ ਆ, ਸਟ੍ਰੈਸ ਅਪੋਨ ਸਟ੍ਰੇਨ, ਕੈਪੀਟਲ E ਇਜ਼ ਇਕੁਅਲ ਟੂ ਸਟ੍ਰੈਸ ਅਪੋਨ ਸਟ੍ਰੇਨ। ਹੁਣ ਕੈਪੀਟਲ E ਕੀ ਹੁੰਦਾ ਆ, ਚੇਂਜ ਇਨ ਲੈਂਥ ਅਪੋਨ ਓਰੀਜਨਲ ਲੈਂਥ। ਹੁਣ E ਦੀ ਜਗ੍ਹਾ ਮੈਂ ਕੱਟ ਕੇ ਇੱਥੇ ਲਿਖ ਦਿੱਤਾ ਚੇਂਜ ਇਨ ਲੈਂਥ, ਉੱਪਰ ਚਲਾ ਗਿਆ ਓਰੀਜਨਲ ਲੈਂਥ। ਸੋ ਇਹ ਕੀ ਬਣ ਗਿਆ ਤੁਹਾਡਾ, ਸਿਗਮਾ ਇੰਟੂ L ਡਿਵਾਈਡਡ ਬਾਈ ਡੈਲਟਾ L, ਠੀਕ ਆ। ਸੋ ਡੈਲਟਾ L ਉੱਧਰ ਲੈ ਗਿਆ, E ਨੀਚੇ ਲੈ ਆਉਂਦਾ, ਠੀਕ ਆ। ਸੋ ਇਹ ਕੀ ਬਣ ਜਾਣਾ ਤੁਹਾਡਾ ਫਾਰਮੂਲਾ, ਉੱਥੋਂ ਡਰਾਈਵ ਹੋਇਆ ਹੈ, ਠੀਕ ਆ। ਸੋ ਚੇਂਜ ਇਨ ਲੈਂਥ ਦਾ ਕੀ ਬਣ ਗਿਆ, ਅਤੇ ਚੇਂਜ ਇਨ ਲੈਂਥ ਦੀ ਵੈਲਿਊ 'ਚ ਪੁੱਟ ਕਰ ਦਿੱਤੀ ਮੈਂ। ਸੋ ਇਹ ਕੀ ਬਣ ਗਿਆ, ਸਿਗਮਾ L
ਡਿਵਾਈਡਡ ਬਾਈ E, ਸਿਗਮਾ L ਡਿਵਾਈਡਡ ਬਾਈ E। ਇਹ ਕਿਹਦਾ ਹੈ? ਚੇਂਜ ਇਨ ਲੈਂਥ ਦਾ ਫਾਰਮੂਲਾ। ਸੋ ਆਹ ਇੱਥੇ ਲਿਖਿਆ ਹੋਇਆ। ਸੋ ਚੇਂਜ ਇਨ ਲੈਂਥ ਦਾ ਫਾਰਮੂਲਾ ਜੋ ਪੁੱਟ ਕਰ ਦਿੱਤਾ। ਹੁਣ ਇੱਥੇ ਕੀ ਕੀਤਾ ਆਪਾਂ? ਰੀਅਰੇਂਜ ਕੀਤਾ ਥੋੜ੍ਹਾ ਜਿਹਾ। ਰੀਅਰੇਂਜ ਕੀ ਕੀਤਾ ਦੇਖ ਲੈਂਦੇ ਹਾਂ। ਹਾਂਜੀ, ਇੱਥੇ ਇੱਕ ਹੋਰ ਚੀਜ਼ ਆ, ਲੋਡ। ਲੋਡ ਜਿਹੜਾ ਆ ਉਹ ਸਿਗਮਾ ਕਿਹਦੇ ਬਰਾਬਰ ਹੁੰਦਾ ਹੈ? ਲੋਡ ਅਪੋਨ ਏਰੀਆ। ਸਿਗਮਾ ਕਿਹਦੇ ਬਰਾਬਰ ਹੁੰਦਾ? ਲੋਡ ਅਪੋਨ ਏਰੀਆ। ਹੁਣ ਇੱਥੋਂ ਲੋਡ ਦੀ ਵੈਲਿਊ ਵੀ ਆਪਾਂ ਪੁੱਟ ਕਰ ਦਿੱਤੀ, ਉਹ ਸਿਗਮਾ ਇੰਟੂ ਏ। ਕੀ ਆ? ਸਿਗਮਾ ਇੰਟੂ ਏ ਆਰ ਕੋ ਪੁੱਟ ਕੀਤੀ ਹੋਈ ਹੈ, ਸਿਗਮਾ ਇੰਟੂ ਏ। ਇਹ ਦੋਨੋਂ ਚੀਜ਼ਾਂ ਜਦੋਂ ਇਹਦੇ ਵਿੱਚ ਪੁੱਟ ਕਰ ਦੇਣੀਆਂ ਆਪਾਂ, ਤਾਂ ਸਾਡੇ ਕੋਲ ਕੀ ਬਣ ਜਾਣਾ ਆ? ਦੇਖੋ ਕੀ ਬਣਦਾ ਪਿਆ, ਸਿਗਮਾ ਸਕੇਅਰ। ਇੱਥੇ ਕੀ ਬਣ ਗਿਆ? ਸਿਗਮਾ ਸਕੇਅਰ ਨਾਲ ਏਰੀਆ ਇੰਟੂ ਲੈਂਥ। ਏਰੀਆ ਇੰਟੂ ਲੈਂਥ ਕੀ ਬਣਦਾ ਹੈ? ਵੋਲੀਅਮ। ਏਰੀਆ ਇੰਟੂ ਲੈਂਥ ਕੀ ਹੁੰਦਾ ਆ? ਵੋਲੀਅਮ। ਠੀਕ ਆ ਜੀ, ਡਿਵਾਈਡਡ ਬਾਈ 2E, ਡਿਵਾਈਡਡ ਬਾਈ 2E। ਇਹ ਤੁਹਾਡਾ ਕੀ ਆ? ਸਟੇਨ એનર્ਜੀ ਕਿੰਨੀ ਸਟੋਰ ਹੋਈ ਆ ਮਟੀਰੀਅਲ ਦੇ ਅੰਦਰ। ਠੀਕ ਹੈ ਜੀ। ਤੇ ਆਪਾਂ ਗੱਲ ਹੁਣੀ ਪਿੱਛੇ ਕੀਤੀ ਸੀ ਪ੍ਰੂਫ ਰੈਜ਼ੀਲੈਂਸ। ਪ੍ਰੂਫ ਰੈਜ਼ੀਲੈਂਸ ਕੀ? ਮੈਕਸਿਮਮ ਸਟੇਨ એનર્ਜੀ ਸਟੋਰਡ ਇਨ ਮਟੀਰੀਅਲ। ਠੀਕ ਹੈ ਜੀ। ਹੁਣ ਕਿੰਨੀ ਉਹ ਮੈਕਸਿਮਮ એનર્ਜੀ ਕਿੰਨੀ ਸਟੋਰ ਕਰ ਸਕਦਾ ਆ? ਠੀਕ ਹੈ ਜੀ। ਉਹਦੇ ਲਈ ਕੀ ਆ? ਸਿਗਮਾ P ਆਪਾਂ ਇੱਥੇ ਲੈਂਦੇ ਪਏ ਸਿਗਮਾ P। ਸਿਗਮਾ ਕੀ ਹੈ ਤੁਹਾਡਾ? ਮੈਕਸਿਮਮ ਸਟ੍ਰੈਸ। ਹੁਣ ਜਿੰਨੀ ਆਪਾਂ ਲੋਡ ਅਪਲਾਈ ਕਰਾਂਗੇ, ਮੈਕਸਿਮਮ ਕਿੰਨਾ ਲੋਡ ਅਪਲਾਈ ਕਰਦੇ ਆ, ਮਤਲਬ ਉਹਦਾ ਜਿਹੜਾ ਮਟੀਰੀਅਲ ਆ ਉਹ ਅੰਡਰ ਮੈਕਸਿਮਮ ਸਟ੍ਰੈਸ ਦੇ ਅੰਡਰ ਆਊਗਾ। ਠੀਕ ਹੈ ਜੀ। ਸੋ ਇੱਥੇ ਆਪਾਂ ਉਹ ਮੈਕਸਿਮਮ ਸਟ੍ਰੈਸ ਉਹਨੂੰ ਨਾਮ ਦਿੱਤਾ ਹੋਇਆ ਪ੍ਰੂਫ ਸਟ੍ਰੈਸ। ਠੀਕ ਹੈ ਜੀ। ਉਹ ਆਪਾਂ ਇੱਥੇ ਸਿਗਮਾ P ਲੈਣਾ ਹੈ, ਮੈਕਸਿਮਮ ਸਟ੍ਰੈਸ ਲੈਣੀ ਹੈ। ਠੀਕ ਹੈ ਜੀ। ਜਿੱਥੇ ਤੱਕ ਜਾ ਕੇ ਉਹ ਕੀ ਆ, ਉਹਦੇ ਵਿੱਚ એનર્ਜੀ ਸਟੋਰ ਹੋ ਸਕਦੀ ਹੈ, ਮਤਲਬ ਲੋਡ ਉਹਦਾ ਉਹ ਕੈਰੀ ਕਰ ਸਕਦਾ ਆ। ਜਿੰਨਾ ਲੋਡ ਉਹ ਕੈਰੀ ਕਰ ਗਿਆ ਉਨੀ ਉਹਦੇ 'ਚ એનર્ਜੀ ਸਟੋਰ ਹੋ ਸਕਦੀ ਹੈ। ਠੀਕ ਹੈ ਜੀ। ਸੋ ਇੱਥੇ ਪ੍ਰੂਫ ਰੈਜ਼ੀਲੈਂਸ ਕੀ ਆ ਗਿਆ? ਬਸ ਉਹਦੇ ਵਿੱਚ ਕੀ ਆ? ਮੈਕਸਿਮਮ ਸਟ੍ਰੈਸ ਲੈਣੀ ਆ ਆਪਾਂ। ਇੱਥੇ ਕੀ ਲੈਣੀ ਆ? ਮੈਕਸਿਮਮ ਸਟ੍ਰੈਸ। ਤੇ ਜੇ ਗੱਲ ਕਰਦੇ ਵੀ ਮੋਡੂਲਸ ਆਫ ਰੈਜ਼ੀਲੈਂਸ, ਹੁਣ ਪਿੱਛੇ ਆਪਾਂ ਇਹ ਤਿੰਨੋਂ ਟਰਮਸ ਪੜ੍ਹੀਆਂ। ਮੋਡੂਲਸ ਆਫ ਰੈਜ਼ੀਲੈਂਸ ਕੀ ਆ? ਪ੍ਰੂਫ ਰੈਜ਼ੀਲੈਂਸ ਪਰ ਯੂਨਿਟ ਵੋਲੀਅਮ। ਤਾਂ ਵੋਲੀਅਮ ਮੈਂ ਪਰ ਯੂਨਿਟ ਵੋਲੀਅਮ ਕਰ ਦਵਾਂ ਤਾਂ ਵੋਲੀਅਮ ਨਾਲ ਵੋਲੀਅਮ ਕੀ ਹੋ ਜਾਊਗਾ? ਕੈਂਸਲ ਆਊਟ ਹੋ ਜਾਊਗਾ। ਤਾਂ ਬਚਿਆ ਕੀ ਤੁਹਾਡੇ ਕੋਲ? ਸਿਗਮਾ P ਮਤਲਬ ਮੈਕਸਿਮਮ ਪ੍ਰੂਫ ਰੈਜ਼ੀਲੈਂਸ। ਠੀਕ ਹੈ ਜੀ। ਸੋ ਸਿਗਮਾ P ਪ੍ਰੂਫ ਸਟ੍ਰੈਸ। ਠੀਕ ਹੈ ਜੀ, ਸਕੇਅਰ ਡਿਵਾਈਡਡ ਬਾਈ 2। ਠੀਕ ਆ। ਸੋ ਇਹ ਤੁਹਾਡਾ ਮੋਡੂਲਸ ਆਫ ਰੈਜ਼ੀਲੈਂਸ ਵੀ ਦੱਸ ਰਿਹਾ, ਪ੍ਰੂਫ ਰੈਜ਼ੀਲੈਂਸ ਦੀ ਵੈਲਿਊ ਵੀ ਦੱਸ ਰਿਹਾ, ਤੇ ਸਟੇਨ એનર્ਜੀ ਦੀ ਵੀ ਦੱਸ ਰਿਹਾ। ਜੇ ਪੇਪਰ 'ਚ ਆ ਰਿਹਾ ਤਾਂ ਪੇਪਰ ਦੇ ਵਿੱਚ ਤੁਸੀਂ ਇਹ ਚੀਜ਼ਾਂ ਵੀ ਟਰਮਸ ਵੀ ਦੱਸਣੀਆਂ ਹੈ। ਠੀਕ ਆ। ਡੈਰੀਵੇਸ਼ਨ ਜੇ ਆਉਂਦੀ ਆ ਤੁਹਾਨੂੰ ਸਟੇਨ એનર્ਜੀ ਦੀ ਡੈਰੀਵੇਸ਼ਨ ਨੂੰ ਡਰਾਈਵ ਕਰ ਦਿਓ। ਜੇ ਪੇਪਰ 'ਚ ਕੁਐਸਚਨ ਆਉਂਦਾ 5 ਨੰਬਰ ਦਾ, ਤਾਂ ਤੁਸੀਂ ਡਾਇਗਰਾਮ ਵੀ ਬਣਾਉਣਾ ਹੈ ਤੇ ਨਾਲ ਦੇ ਨਾਲ ਇਹ ਸਾਰਾ ਡੈਰੀਵੇਸ਼ਨ ਡਰਾਈਵ ਕਰਨੀ ਹੈ। ਠੀਕ ਹੈ ਜੀ। ਬਹੁਤ ਸੌਖੀ ਹੈ, 2 ਸਟੈਪ ਦੇ ਵਿੱਚ ਖਤਮ ਹੋ ਜਾਂਦੀ ਆ, ਅਤੇ ਪੇਪਰ ਦੇ ਵਿੱਚ ਵੀ ਇੰਪੋਰਟੈਂਟ ਆ ਅਤੇ ਆ ਸਕਦੀ ਹੈ। ਠੀਕ ਹੈ ਜੀ। ਸੋ ਪਤਾ ਲੱਗ ਗਿਆ ਸਾਨੂੰ ਇੱਥੇ ਸਟੇਨ એનર્ਜੀ ਦਾ ਪਤਾ ਲੱਗ ਗਿਆ, ਪ੍ਰੂਫ ਰੈਜ਼ੀਲੈਂਸ ਦਾ ਪਤਾ ਲੱਗ ਗਿਆ, ਅਤੇ ਮੋਡੂਲਸ ਆਫ ਰੈਜ਼ੀਲੈਂਸ ਦਾ ਪਤਾ ਲੱਗ ਗਿਆ। ਇਹਦੇ ਥਰੂ ਆਪਾਂ ਹੁਣ ਕੈਲਕੂਲੇਟ ਕਰ ਸਕਦੇ ਹਾਂ ਇਸ ਫਾਰਮੂਲੇ ਦੇ ਰਿਲੇਟਡ। ਠੀਕ ਹੈ ਜੀ। ਸੋ ਨੈਕਸਟ ਦੇਖਦੇ ਹਾਂ ਸਾਡੇ ਕੋਲ ਕੀ ਆ। ਸਟ੍ਰੈਸਿਸ ਡਿਊ ਟੂ ਡਿਫਰੈਂਟ ਟਾਈਪਸ ਆਫ ਲੋਡਸ। ਠੀਕ ਆ। ਹੁਣ 3 ਤਰ੍ਹਾਂ ਦੇ ਲੋਡ ਹੁੰਦੇ ਆ। ਕਿਹੜੇ ਕਿਹੜੇ ਲੋਡ ਆ? ਮੈਂ ਤੁਹਾਨੂੰ ਪਹਿਲਾਂ ਹੁਣ ਇੱਕ ਥੋੜ੍ਹੀ ਦੱਸ ਦਿੰਦਾ, ਫਿਰ ਅੱਗੇ ਪੜ੍ਹਦੇ ਹਾਂ। ਗ੍ਰੈਜੂਅਲੀ ਅਪਲਾਈਡ ਲੋਡ। ਹੁਣ ਆਪਾਂ ਗੱਲ ਕਰਦੇ, ਪਹਿਲਾਂ ਆਪਾਂ ਗੱਲ ਕੀਤੀ ਆ ਕਿ ਐਕਸਟਰਨਲ ਲੋਡ ਅਪਲਾਈ ਕੀਤਾ, ਉਹਦੇ ਵਿੱਚ ਕੀ ਐਨਰਜੀ ਸਟੋਰ ਹੋ ਗਈ। ਠੀਕ ਆ ਜੀ। ਬੋਡੀ ਦੇ ਵਿੱਚ ਪਰ ਐਕਸਟਰਨਲ ਫੋਰਸ ਅਪਲਾਈ ਕੀਤੀ, ਵਰਕ ਡਨ ਕੀਤਾ, ਉਹਦੇ ਨਾਲ ਕੀ ਆ? ਉਹਦੇ ਅੰਦਰ ਕੀ ਆ? ਡਿਫੋਰਮ ਹੋਇਆ ਮਟੀਰੀਅਲ, ਉਹਦੇ ਨਾਲ ਕੀ? ਉਹਦੇ ਵਿੱਚ ਐਨਰਜੀ ਸਟੋਰ ਹੋ ਗਈ। ਇਹ ਗੱਲ ਕਰਦੇ ਆ ਰਹੇ ਨਾ। ਹੁਣ ਜਿਹੜੀ ਆਪਾਂ ਜਿਹੜਾ ਬਾਹਰ ਵਰਕ ਡਨ ਕਰ ਰਹੇ ਹਾਂ, ਉਹ ਕਿੰਨੇ ਤਰੀਕਿਆਂ ਨਾਲ ਕਰ ਸਕਦੇ ਹਾਂ ਵਰਕ ਡਨ, ਅਤੇ ਉਹਦੇ ਕਰਕੇ ਉਹਦੇ ਵਿੱਚ ਜਿਹੜੀਆਂ ਸਟ੍ਰੈਸਿਸ ਪੈਦਾ ਹੋ ਰਹੀਆਂ ਉਸ ਮਟੀਰੀਅਲ ਦੇ ਅੰਦਰ, ਉਹ ਕਿਹੜੀਆਂ ਸਟ੍ਰੈਸਿਸ ਪੈਦਾ ਹੋ ਰਹੀਆਂ, ਅਤੇ ਉਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਆਪਾਂ, ਉਹਦੇ ਬਾਰੇ ਆ ਸਿੰਪਲ। ਠੀਕ ਹੈ ਜੀ। ਪਹਿਲਾਂ ਆ ਗਿਆ ਗ੍ਰੈਜੂਅਲੀ ਅਪਲਾਈਡ ਲੋਡ। ਗ੍ਰੈਜੂਅਲੀ ਹੁੰਦਾ ਬਹੁਤ ਸਲੋਲੀ ਜਿਹੜੀ ਅਪਲਾਈ ਕਰਦੇ ਆ ਲੋਡ। ਠੀਕ ਹੈ ਜੀ। ਗ੍ਰੈਜੂਅਲੀ ਦਾ ਮਤਲਬ ਕੀ ਹੈ? ਜੋ ਸਲੋਲੀ ਬੋਡੀ ਬਹੁਤ ਹੀ ਸਲੋਲੀ ਆਪਾਂ ਅਪਲਾਈਡ ਕਰਦੇ ਹਾਂ ਲੋਡ। ਦੇਖਦੇ ਹਾਂ ਆਪਾਂ ਕਿਸ ਤਰ੍ਹਾਂ। ਅ ਬੋਡੀ ਇਜ਼ ਸੈਡ ਟੂ ਬੀ ਐਕਟਡ ਅਪੋਨ ਅ ਗ੍ਰੈਜੂਅਲੀ ਅਪਲਾਈਡ ਲੋਡ ਇਫ ਦ ਲੋਡ ਇਨਕਰੀਜ਼ਿਜ਼ ਫਰੋਮ 0 ਐਂਡ ਰੀਚਿਜ਼ ਇਟਸ ਫਾਈਨਲ ਵੈਲਿਊ ਸਟੈਪ ਵਾਈਜ਼। ਸਟੈਪ ਵਾਈਜ਼ ਦਾ ਮਤਲਬ ਕੀ ਆ? ਪਹਿਲਾਂ ਆਪਾਂ 2 ਕਿਲੋ ਵੇਟ ਪਾਤਾ। ਠੀਕ ਹੈ ਜੀ। ਫਿਰ ਆਪਾਂ 3 ਕਿਲੋ ਪਾਤਾ, ਥੋੜ੍ਹੇ ਟਾਈਮ ਬਾਅਦ ਫਿਰ 4 ਕਿਲੋ ਵੇਟ ਪਾਤਾ। ਠੀਕ ਹੈ। ਗ੍ਰੈਜੂਅਲੀ ਆਪਾਂ ਕੀ ਸਟੈਪ ਵਾਈਜ਼ ਆਪਾਂ ਕਿਸੇ ਬੋਡੀ ਦੇ ਉੱਤੇ ਵੇਟ ਪਾ ਰਹੇ ਹਾਂ। ਠੀਕ ਆ। ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਗ੍ਰੈਜੂਅਲੀ ਅਪਲਾਈਡ ਲੋਡ। ਕੀ ਕਹਿੰਦੇ ਆਪਾਂ ਉਹਨਾਂ ਨੂੰ? ਗ੍ਰੈਜੂਅਲੀ ਅਪਲਾਈਡ ਲੋਡ। ਅਤੇ ਉਸ ਕੇਸ ਦੇ ਵਿੱਚ ਜੇ ਉਸ ਦੇ ਵਿੱਚ ਸਟ੍ਰੈਸ ਪੈਦਾ ਹੋ ਰਹੀ ਆ, ਉਹ ਤੁਹਾਨੂੰ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ, ਲੀਨੀਅਰ ਸਟ੍ਰੈਸਿਸ ਆ। ਠੀਕ ਹੈ ਜੀ। ਸੋ ਸਿੰਪਲ ਆ, ਉਹ ਸਟ੍ਰੈਸ ਕੀ ਹੈ ਤੁਹਾਡਾ? ਫਾਰਮੂਲਾ ਕੀ ਹੈ ਉਹਦੇ ਲਈ? ਸਿਗਮਾ ਇਜ਼ ਇਕੁਅਲਸ ਟੂ ਲੋਡ ਅਪੋਨ ਏਰੀਆ। ਸਿਗਮਾ ਇਜ਼ ਇਕੁਅਲਸ ਟੂ ਲੋਡ ਅਪੋਨ ਏਰੀਆ। ਸਿੰਪਲ ਜਿਹੜੀਆਂ ਸਟ੍ਰੈਸ ਬੋਡੀ ਦੇ ਅੰਦਰ ਆ ਰਹੀਆਂ, ਉਹ ਸਿਗਮਾ ਇਜ਼ ਲੋਡ ਅਪੋਨ ਏਰੀਆ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਹੋਰ ਕਿਸ ਤਰ੍ਹਾਂ ਦਾ ਲੋਡ ਅਪਲਾਈ ਹੋ ਸਕਦਾ ਹੈ। ਸਡਨਲੀ ਅਪਲਾਈਡ ਲੋਡ। ਇੱਕ ਤਾਂ ਹੋ ਗਿਆ ਆਪਾਂ ਗ੍ਰੈਜੂਅਲੀ ਅਪਲਾਈਡ ਕੀਤਾ, ਇੱਕ ਹੋ ਗਿਆ
ਸਡਨਲੀ ਇੰਪੈਕਟ ਪਾਇਆ ਉਸ ਬੋਡੀ ਦੇ ਉੱਤੇ, ਠੀਕ ਹੈ ਜੀ। ਹੁਣ ਜਿਹੜਾ ਸਡਨਲੀ ਅਪਲਾਈਡ ਲੋਡ ਆ ਉਹਨੂੰ ਆਪਾਂ ਸਟੈਪ ਵਾਈਜ਼ ਨਹੀਂ ਕਹਿ ਸਕਦੇ। ਸਟੈਪ ਵਾਈਜ਼ ਦਾ ਹੈ ਕਿ ਪਹਿਲਾਂ ਹੌਲੀ ਹੌਲੀ ਆਪਾਂ ਇਨਕਰੀਜ਼ ਕਰਦੇ ਪਏ। ਸਡਨਲੀ ਅਪਲਾਈਡ ਲੋਡ ਦਾ ਸਾਨੂੰ ਇਹ ਨਹੀਂ ਪਤਾ ਕਿ ਆਪਾਂ ਜਿਹੜਾ ਲੋਡ ਅਪਲਾਈ ਕਰ ਰਹੇ ਹਾਂ ਉਹਦਾ ਕਿੰਨਾ ਇੰਪੈਕਟ ਪਊਗਾ, ਕਿਉਂਕਿ ਸਡਨ ਆ ਇੰਪੈਕਟ ਜਿਹੜਾ ਹੈ ਉਸ ਬੋਡੀ ਦੇ ਉੱਤੇ ਕੀ ਹੋਊਗਾ, ਸਡਨ ਹੋਊਗਾ, ਠੀਕ ਆ। ਜਿਸ ਤਰ੍ਹਾਂ ਆਪਾਂ ਇਲਾਸਟਿਕ ਦੇ ਉੱਤੇ ਮੈਂ ਥੱਲੇ ਉਹਦੇ ਨੀਚੇ ਵੇਟ ਬੰਨਿਆ, ਵੇਟ ਨੂੰ ਛੱਡ ਦਿੱਤਾ, ਠੀਕ ਹੈ ਜੀ, ਵੇਟ ਨੂੰ ਛੱਡ ਦਿੱਤਾ ਤੇ ਇਲਾਸਟਿਕ 'ਤੇ ਜਿਹੜਾ ਲੋਡ ਪਊਗਾ ਉਹ ਸਡਨਲੀ ਪਊਗਾ, ਨਾ ਕਿ ਆਪਾਂ ਹੌਲੀ ਹੌਲੀ ਗ੍ਰੈਜੂਅਲੀ ਉਹਨੂੰ ਇਨਕਰੀਜ਼ ਕਰ ਰਹੇ ਹਾਂ। ਸਡਨਲੀ ਲੋਡ ਪਊਗਾ ਇਲਾਸਟਿਕ ਦੇ ਉੱਤੇ। ਸੋ ਬਸ ਉਹੀ ਆ। ਸੋ ਇਹਦੇ ਵਿੱਚ ਕੀ ਆ, ਹੁਣ ਜਿਹੜਾ ਸਡਨਲੀ ਅਪਲਾਈਡ ਲੋਡ ਆ ਉਹਦੇ ਕਰਕੇ ਕਿ ਜਿਹੜੀਆਂ ਸਟ੍ਰੈਸਿਸ ਆ ਉਹ ਦੁੱਗਣੀਆਂ ਹੋ ਜਾਂਦੀਆਂ। ਗ੍ਰੈਜੂਅਲੀ ਜਦੋਂ ਲੋਡ ਅਪਲਾਈ ਕਰਾਂਗੇ ਕਿਸੇ ਬੋਡੀ ਦੇ ਉੱਤੇ ਉਹਦੇ ਅੰਦਰ ਸਟ੍ਰੈਸਿਸ ਹੋਣਗੀਆਂ। ਉਹ ਕੀ ਆ, ਉਹਦੇ ਲਈ ਫਾਰਮੂਲਾ ਹੈਗਾ W/A, ਲੋਡ ਅਪੋਨ ਏਰੀਆ। ਹੁਣ ਇਹਦੇ ਵਿੱਚ ਕੀ ਆ, ਜਿਹੜਾ ਸਟ੍ਰੈਸਿਸ ਪੈਦਾ ਹੋ ਰਹੀਆਂ ਉਹ ਕੀ ਆ, 2 ਲੋਡ ਅਪੋਨ ਏਰੀਆ। 2 ਮਤਲਬ ਕੀ ਆ ਕਿ ਜਦੋਂ ਸਡਨਲੀ ਆਪਾਂ ਕਿਸੇ ਬੋਡੀ ਦੇ ਉੱਪਰ ਲੋਡ ਅਪਲਾਈ ਕਰਦੇ ਹਾਂ ਉਹਦੇ ਜਿਹੜੀਆਂ ਸਟ੍ਰੈਸਿਸ ਹੁੰਦੀਆਂ ਉਹ ਇਨਕਰੀਜ਼ ਹੋ ਜਾਂਦੀਆਂ, ਮਤਲਬ ਟਵਾਈਸ ਹੋ ਜਾਂਦੀਆਂ ਸਟ੍ਰੈਸਿਸ ਪਹਿਲੇ ਨਾਲੋਂ, ਗ੍ਰੈਜੂਅਲੀ ਅਪਲਾਈਡ ਲੋਡ ਨਾਲੋਂ, ਠੀਕ ਹੈ ਜੀ। ਤਾਂ ਉਸ ਬੋਡੀ ਅੰਦਰ ਜਿਹੜੀ ਸਟ੍ਰੈਸਿਸ ਆਊਗੀਆਂ ਉਹ ਜ਼ਿਆਦਾ ਲੱਗਣਗੀਆਂ। ਕਿੰਨੀ ਜ਼ਿਆਦਾ ਲੱਗੂਗੀਆਂ, ਉਹ ਕਹਿੰਦਾ ਟਵਾਈਸ ਮਤਲਬ ਟਵਾਈਸ ਜਿੰਨਾ ਆਪਾਂ ਪਹਿਲਾਂ ਸਟ੍ਰੈਸਿਸ ਪੈਦਾ ਉਹ ਤੋਂ ਦੁੱਗਣੀਆਂ ਸਟ੍ਰੈਸਿਸ ਪੈਦਾ ਹੋ ਗਈਆਂ ਜਦੋਂ ਆਪਾਂ ਸਡਨਲੀ ਅਪਲਾਈ ਕਰਾਂਗੇ ਲੋਡ ਕਿਸੇ ਮਟੀਰੀਅਲ ਦੇ ਉੱਤੇ, ਠੀਕ ਹੈ ਜੀ। ਸੋ ਨੂਮੈਰੀਕਲ ਦੇ ਵਿੱਚ ਜੇ ਆਪਾਂ ਸਡਨਲੀ ਅਪਲਾਈਡ ਲੋਡ ਕੈਲਕੂਲੇਸ਼ਨ ਕਰਨ ਨੂੰ ਕਿਹਾ ਤਾਂ ਆਪਾਂ ਸਡਨਲੀ ਅਪਲਾਈਡ ਲੋਡ ਦਾ ਫਿਰ ਸਿਗਮਾ ਜੋ ਸਟ੍ਰੈਸਿਸ ਪੈਦਾ ਕਰ ਰਿਹਾ ਉਹ ਆਪਾਂ ਇਹ ਫਾਰਮੂਲਾ ਯੂਜ਼ ਕਰਨਾ, 2 ਲੋਡ ਅਪੋਨ ਏਰੀਆ, ਠੀਕ ਹੈ ਜੀ। ਨੈਕਸਟ ਆ ਜਾਓ, ਫਾਲਿੰਗ ਔਰ ਇੰਪੈਕਟ ਲੋਡ। ਕਿੱਦਾਂ ਇਹ ਲੋਡ ਹੈ, ਫਾਲਿੰਗ ਔਰ ਇੰਪੈਕਟ ਲੋਡ, ਠੀਕ ਹੈ ਜੀ। ਹੁਣ ਸਡਨਲੀ ਅਪਲਾਈਡ ਲੋਡ ਤੋਂ ਤੀਜੀ ਕੈਟਾਗਰੀ ਹੈਗੀ ਆ ਫਾਲਿੰਗ ਲੋਡ। ਫਾਲਿੰਗ ਲੋਡ ਕੀ ਆ ਕਿ ਆਪਾਂ ਫਰੀਲੀ ਬੋਡੀ ਨੂੰ ਉੱਪਰੋਂ ਕਿਸੇ ਹਾਈਟ ਤੋਂ ਸਿੱਟ ਰਹੇ ਹਾਂ ਅਤੇ ਉਹ ਸਿੱਧਾ ਸਟਰਾਈਕ ਕਰ ਰਹੀ ਆ ਨੀਚੇ ਬੋਡੀ ਦੇ ਉੱਤੇ, ਕਿਸੇ ਐਕਸਟਰਨਲ ਫੋਰਸ ਆ, ਠੀਕ ਹੈ ਜੀ। ਉੱਪਰੋਂ ਆਪਾਂ ਕੋਈ ਵੇਟ ਆ ਕਿਸੇ ਹਾਈਟ ਤੋਂ ਆਪਾਂ ਉਹਨੂੰ ਛੱਡ ਰਹੇ ਹਾਂ ਅਤੇ ਥੱਲੇ ਕੋਈ ਬੋਡੀ ਪਈ ਆ, ਬੋਡੀ ਦੇ ਉੱਤੇ ਉਹ ਸਟਰਾਈਕ ਕਰ ਰਹੀ ਆ, ਠੀਕ ਆ ਜੀ। ਉਹਨੂੰ ਕਹਿੰਦੇ ਫਾਲਿੰਗ ਲੋਡ ਔਰ ਇੰਪੈਕਟ ਲੋਡ, ਠੀਕ ਆ। ਸੋ ਇੱਦਾਂ ਦੀ ਜਿਹੜੀ ਲੋਡ ਆ ਉਹਦੇ ਕਰਕੇ ਜਿਹੜੀ ਸਟ੍ਰੈਸਿਸ ਪੈਦਾ ਹੁੰਦੀਆਂ ਆ ਉਹਨੂੰ ਕਿੱਦਾਂ ਕੈਲਕੂਲੇਟ ਕਰਾਂਗੇ, ਉਹਦੇ ਲਈ ਆ ਫਾਰਮੂਲਾ ਆ, ਠੀਕ ਆ। ਇਹ ਫਾਰਮੂਲਾ ਥੋੜ੍ਹਾ ਜਿਹਾ ਤੁਹਾਨੂੰ ਲੱਗਣਾ ਟਫ ਆ ਪਰ ਇਹ ਡੈਰੀਵੇਸ਼ਨ ਦੇ ਥਰੂ ਆਇਆ ਫਾਰਮੂਲਾ, ਠੀਕ ਆ। ਜੇ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਆ ਫਾਲਿੰਗ ਲੋਡ ਦੇ ਉੱਤੇ ਨੂਮੈਰੀਕਲ ਆਉਂਦਾ ਹੈ ਤਾਂ ਤੁਸੀਂ ਇਹ ਸਿੱਧਾ ਹੀ ਸਟ੍ਰੈਸਿਸ ਵਾਲਾ ਜਦੋਂ ਆਪਾਂ ਕੈਲਕੂਲੇਸ਼ਨ ਕਰਨੀਆਂ ਹੈ ਬੋਡੀ ਦੀਆਂ ਤਾਂ ਆਪਾਂ ਇਹ ਫਾਰਮੂਲੇ ਦੇ ਥਰੂ ਕਰਨੀਆਂ। ਉੱਥੇ ਮੈਂਸ਼ਨ ਹੋਊਗਾ ਤੁਹਾਨੂੰ ਨੂਮੈਰੀਕਲ ਦੇ ਵਿੱਚ ਕਿ ਗ੍ਰੈਜੂਅਲੀ ਅਪਲਾਈ ਲੋਡ ਆ, ਸਡਨਲੀ ਅਪਲਾਈਡ ਆ ਕਿ ਫਾਲਿੰਗ ਲੋਡ ਆ, ਠੀਕ ਹੈ ਜੀ। ਇਹਦੀਆਂ ਨਾਲ ਇਹ ਟਰਮਸ ਦਿੱਤੀਆਂ ਹੋਈਆਂ ਆ, W ਲੋਡ ਡਰੋਪਡ, ਠੀਕ ਹੈ ਜੀ। L ਕੀ ਆ, ਲੈਂਥ ਆਫ ਦਾ ਰੋਡ ਆ, A ਕੀ ਆ, V ਕੀ ਆ, H, ਠੀਕ ਹੈ। ਇਹ ਐਬਰੀਵੇਸ਼ਨਸ ਆ ਜਿਹੜੀਆਂ ਤੁਸੀਂ ਆਲਰੇਡੀ ਤੁਹਾਨੂੰ ਪਤਾ ਆ, ਤੁਸੀਂ ਪਹਿਲਾਂ ਪੜ੍ਹ ਚੁੱਕੇ ਆ ਇਹਦੇ ਬਾਰੇ, ਠੀਕ ਹੈ ਜੀ। ਸੋ ਜੇ ਪੇਪਰ ਦੇ ਵਿੱਚ ਨੂਮੈਰੀਕਲ ਆਉਂਦਾ ਆ ਅਤੇ ਆਪਾਂ ਫਾਲਿੰਗ ਲੋਡ ਵੇਲੇ ਆਪਾਂ ਇਹ ਵਾਲਾ ਸਟ੍ਰੈਸ ਦੇ ਫਾਰਮੂਲਾ ਇਸਤੇਮਾਲ ਕਰਾਂ, ਠੀਕ ਹੈ ਜੀ। ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਦੇ ਹਾਂ, ਠੀਕ ਹੈ ਜੀ। ਓਕੇ ਜੀ, ਥੈਂਕ ਯੂ।